Good morning, student. Today's topic is ADO.NET, Chapter 8. First of all, what is the full form of ADO? ActiveX Data Objects. ADO.NET ਕੀ ਹੈਗਾ? ਇਹ .NET ਫਰੇਮਵਰਕ ਹੈ। ਆਪਾਂ ਸਾਰਾ .NET ਹੀ ਕਰ ਰਹੇ ਹਾਂ। ਉਹ ਫਰੇਮਵਰਕ ਦੇ ਵਿੱਚ ਕਿ ਆਪਣੇ ਡਾਟਾ ਜੋ ਡਾਟਾ ਬੇਸ ਤੋਂ ਐਕਸੈਸ ਕਰਾ ਸਕੇ ਉਹ ਇਹਦੇ ਵਿੱਚ ADO.NET ਹੈ। ਠੀਕ ਹੈ, ਇਹ ਇਨਬਿਲਟ ਹੁੰਦਾ ਹੈਗਾ .NET ਦੇ ਵਿੱਚ। ਜਿਵੇਂ ਆਪਾਂ ਵਿਜ਼ੂਅਲ ਸਟੂਡੀਓ .NET ਯੂਜ਼ ਕਰ ਰਹੇ ਹਾਂ, ਉਹਦੇ ਵਿੱਚ ਇਹ ADO.NET ਹੈ ਜਿਹੜਾ ਉਹ ਆਟੋਮੈਟਿਕਲੀ ਇਨਬਿਲਟ ਹੁੰਦਾ ਹੈਗਾ। ਠੀਕ ਹੈ, ਇਹ ਕੀ ਹੈ, ਸਭ ਤੋਂ ਪਹਿਲਾਂ ਆਪਣੇ ਕੋਲ ADO ਆਇਆ ਸੀਗਾ, ਨੋਰਮਲ ADO, ਅਤੇ ਉਸ ਤੋਂ ਬਾਅਦ ਜਿਹੜਾ ਮਾਈਕਰੋਸੋਫਟ ਹੈਗਾ ਉਹਨੇ ADO ਤੋਂ ਬਾਅਦ ਇਹ ADO.NET ਲੈ ਕੇ ਆਏ ਨੇ। ਠੀਕ ਹੈ, ਜਿਹੜਾ ਪਹਿਲਾ ਆਇਆ ਸੀ ਵਰਜ਼ਨ ਉਹ ਆਇਆ ਇਹਦਾ 1.0। ਠੀਕ ਹੈ, ਅਤੇ ਇਹਨੇ ਕੀ ਕੀਤਾ ਹੈਗਾ, ਆਪਾਂ ਨੂੰ ਇੱਕ ਬਹੁਤ ਵਧੀਆ ਫੀਚਰ ਪ੍ਰੋਵਾਈਡ ਕੀਤਾ ਹੈਗਾ ਕਿ ਲਾਈਵ ਡਾਟਾ ਜਿਹੜਾ ਉਹਨੂੰ ਹੈਂਡਲ ਕਰ ਸਕੀਏ। ਠੀਕ ਹੈ, ਜੇ ਉਹ ਕਨੈਕਟਡ ਮੋਡ ਹੈ ਤਾਂ ਆਪਾਂ ਲਾਈਵ ਡਾਟਾ ਹੈਂਡਲ ਕਰ ਸਕੀਏ, ਅਤੇ ਜੇ ਡਿਸਕਨੈਕਟਡ ਹੈ ਆਪਾਂ ਫਿਰ ਵੀ ਡਾਟਾ ਜਿਹੜਾ ਉਹ ਜਿੱਥੇ ਡਾਟਾ ਸਟੋਰ ਹੋਇਆਗਾ ਉੱਥੋਂ ਆਪਾਂ ਡਾਟਾ ਲੈ ਕੇ ਆ ਸਕੀਏ। ਠੀਕ ਹੈ, ADO.NET ਕੀ ਹੈਗਾ, ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਇਹ ਇੱਕ ਤਰੀਕੇ ਦਾ ਜਿਹੜਾ ਡਾਟਾ ਬੇਸ ਹੁੰਦਾ। ਡਾਟਾ ਬੇਸ ਦੇ ਵਿੱਚ ਕੀ ਹੁੰਦਾ ਹੈਗਾ, ਆਪਣੇ ਕੋਲ ਉੱਥੇ ਆਪਾਂ ਡਾਟਾ ਸਟੋਰ ਕਰਦੇ ਆਂਗੇ। ਉਹਦੇ ਵਿੱਚ ਕੀ ਹੁੰਦੇ ਨੇ, ਟੇਬਲਸ ਬਣੇ ਹੁੰਦੇ ਨੇ। ਟੇਬਲਸ ਦੇ ਵਿੱਚ ਕੀ ਹੁੰਦੇ ਨੇ, ਕਾਲਮਸ ਹੁੰਦੇ ਨੇ, ਰੋਜ਼ ਹੁੰਦੇ ਨੇ, ਅਤੇ ਆਪਾਂ ਕਾਲਮਸ ਅਤੇ ਰੋਜ਼ ਜਦੋਂ ਇਕੱਠੇ ਬਣ ਜਾਂਦੇ ਆ ਉਹਨੂੰ ਆਪਾਂ ਰਿਲੇਸ਼ਨ ਬੋਲਦੇ ਹਾਂ। ਠੀਕ ਹੈ, ਇਹ ਸਾਰੇ ਦੀ ਜਿਹੜੀ ਇੱਕ ਰਿਫਲੈਕਸ਼ਨ ਹੈ ਉਹ ADO.NET ਹੈ। ਮਤਲਬ ਕੀ ਹੈ, ADO.NET ਹੈ ਜੋ ਇਹ ਇੱਕ ਯੂਨੀਫਾਈਡ ਪ੍ਰੋਗਰਾਮਿੰਗ ਮਾਡਲ ਹੈ। ਠੀਕ ਹੈ, ਜਿਹਦੇ ਵਿੱਚ ਆਪਾਂ ਨੂੰ ਵਰਕ ਕਰਨਾ ਬਹੁਤ ਈਜ਼ੀ ਹੋ ਜਾਂਦਾ ਹੈਗਾ। ਅਤੇ ਇਹ ਕੀ ਕਰਦਾ ਹੈਗਾ, ਆਪਾਂ ਇਹਦੇ ਉੱਤੇ ਜਿਹੜਾ ਸਰਵਰ ਹੈਗਾ, ਠੀਕ ਹੈ, ਸਰਵਰ ਸਾਈਡ ਦੇ ਉੱਤੇ ਆਪਾਂ ਡਾਟਾ ਦੇ ਨਾਲ ਵਰਕਿੰਗ ਕਰ ਸਕਦੇ ਹਾਂ। ਜਿਵੇਂ ਆਪਾਂ ਸੇਮ ਕਲਾਇੰਟ 'ਤੇ ਬਣਾਈਏ ਵਰਕਿੰਗ ਡਾਟਾ ਦੀ, ਉਵੇਂ ਦੀ ਉਵੇਂ ਸੇਮ ਆਪਾਂ ਸਰਵਰ 'ਤੇ ਵੀ ਡਾਟਾ ਦੀ ਵਰਕਿੰਗ ਕਰ ਸਕਦੇ ਹੈਗੇ। ਠੀਕ ਹੈ, ਹੁਣ ਉਸ ਤੋਂ ਬਾਅਦ ਆਪਣੇ ਕੋਲ ਹੈਗਾ XML। XML ਕੀ ਹੈ ਆਪਣੇ ਕੋਲ, ਇਹ ਇੱਕ ਲੈਂਗੁਏਜ ਹੈ, ਐਕਸਟੈਂਸਿਬਲ ਮਾਰਕਅਪ ਲੈਂਗੁਏਜ ਬੋਲਦੇ ਹਾਂ। ਠੀਕ ਹੈ, ਮਤਲਬ ਕਿ ਇਹਦੇ ਵਿੱਚ ਜਿਹੜੀ ਆਪਾਂ ਲੈਂਗੁਏਜ ਯੂਜ਼ ਕਰਦੇ ਹਾਂ, ਜਿਹੜੀ ਇਹ ਕੀ ਹੁੰਦੀ, ਪਹਿਲੀ ਗੱਲ ਤਾਂ ਇਹ ਹੈ ਕਿ ਇਹ ਹਿਊਮਨ ਰੀਡੇਬਲ ਵੀ ਹੈ, ਮਸ਼ੀਨ ਰੀਡੇਬਲ ਵੀ ਹੈ। ਠੀਕ ਹੈ, ਅਤੇ ਇਹਦੇ ਵਿੱਚ ਆਪਾਂ ਜੋ ਵੀ ਸੈੱਟ ਆਫ ਰੂਲਸ ਨੇਗੇ, ਠੀਕ ਹੈ, ਉਹਨਾਂ ਨੂੰ ਡਿਫਾਈਨ ਕਰਦੇ ਆਂਗੇ। ਅਤੇ ਹੋਰ ਇਹਦੇ ਵਿੱਚ ਕੀ ਕਰ ਸਕਦੇ ਹਾਂ, ਇਹ ਇੱਕ ਓਪਨ ਵੈਬ ਸਟੈਂਡਰਡ ਹੈ। ਉਹੀ ਜੋ ਮੈਂ ਕਹਿ ਤਾ ਤੁਹਾਨੂੰ ਕਿ ਹਿਊਮਨ ਰੀਡੇਬਲ ਹੈ। ਇੱਕ ਡੀਸਿਫਰੇਬਲ ਟੈਕਸਟ ਹੈ। ਡੀਸਿਫਰੇਬਲ ਟੈਕਸਟ ਮਤਲਬ ਕੀ ਹੈ ਕਿ ਟੈਕਸਟ ਜਿਹਦੇ ਵਿੱਚ ਆ ਰਿਹਾ, ਜਿਵੇਂ ਉਹਨਾਂ ਨੇ ਕੋਡ ਕਰਕੇ ਭੇਜਿਆ, ਆਪਾਂ ਕ੍ਰਿਪਟੋਗ੍ਰਾਫੀ ਕੀਤਾ ਸੀ, ਉਹਦੇ ਵਿੱਚ ਕੀ ਹੁੰਦਾ ਸੀ, ਇਨਕ੍ਰਿਪਸ਼ਨ ਡਿਕ੍ਰਿਪਸ਼ਨ ਹੁੰਦਾ ਸੀ। ਮਤਲਬ ਆਪਾਂ ਇਨਕ੍ਰਿਪਸ਼ਨ ਦੇ ਵਿੱਚ ਕੀ ਕਰਦੇ ਸੀ, ਜਿਹੜਾ ਓਰੀਜਨਲ ਡਾਟਾ ਸੀ ਉਹਨੂੰ ਆਪਾਂ ਕਨਵਰਟ ਕਰਦੇ ਸੀ ਸਾਈਫਰ ਦੇ ਵਿੱਚ। ਇਹ ਕੀ ਕਰਦਾ ਗਾ, ਜਿਹੜਾ ਸਾਈਫਰ 'ਚ ਡਾਟਾ ਆ ਉਹਨੂੰ ਓਰੀਜਨਲ ਦੇ ਵਿੱਚ ਕਨਵਰਟ ਕਰ ਲੈਂਦਾ। ਅਤੇ ਇਹ ਜਿਹੜਾ ਡਾਟਾ ਇਹਦੇ ਵਿੱਚ ਹੈਗਾ ਉਹਨੂੰ ਵੀ ਡਿਫਾਈਨ ਕਰਦਾ। ਜਿਵੇਂ ਜਦੋਂ ਡਾਟਾ ਨੂੰ ਹੀ ਡਿਫਾਈਨ ਕਰੇ ਉਹਨੂੰ ਆਪਾਂ ਕੀ ਬੋਲਦੇ ਹਾਂ, ਮੈਟਾ ਡਾਟਾ, ਤਾਂ ਆਪਾਂ ਇਹਨੂੰ XML ਨੂੰ ਮੈਟਾ ਡਾਟਾ ਵੀ ਬੋਲ ਸਕਦੇ ਹਾਂ। ਇਹ XML ਹੈ ਜਿਹੜਾ ਬਹੁਤ ਯੂਜ਼ਫੁਲ ਇੱਕ ਟੂਲ ਹੈਗਾ ਕਿਹਦੇ ਲਈ, ਡਾਟਾ ਡਿਸਟਰੀਬਿਊਸ਼ਨ ਦੇ ਲਈ। ਠੀਕ ਹੈ, ਇਹ ਕੀ ਹੈ, ਕੰਪਲੀਟਲੀ ਟੈਕਸਟ ਬੇਸਡ ਹੈ, ਅਤੇ ਜਿਹਦੇ ਵਿੱਚ ਕੀ ਹੈਗਾ, ਪੀਪਲਸ ਨੂੰ ਈਜ਼ੀ ਹੁੰਦਾ ਹੈਗਾ ਰਾਈਟ ਕਰਨਾ ਅਤੇ ਰੀਡ ਕਰਨਾ। ਇੱਕ ਜਿਹੜੀਆਂ ਆਪਾਂ ਟੈਗਸ, ਜਿਵੇਂ ਆਪਾਂ HTML ਦੇ ਵਿੱਚ ਵੀ ਟੈਗਸ ਯੂਜ਼ ਕੀਤੀਆਂ ਸੀਗੀਆਂ, ਉਹ ਟੈਗਸ ਇਹਦੇ ਵਿੱਚ ਪਹਿਲਾਂ ਤੋਂ ਨਹੀਂ ਬਣੀਆਂ ਹੁੰਦੀਆਂ, ਪ੍ਰੀ ਡਿਫਾਈਨ ਨਹੀਂ ਹੁੰਦੀਆਂ, ਅਤੇ ਇਹ ਡਿਫਾਈਨ ਨੇ ਜਿਹੜੀਆਂ ਇਹ ਆਪਾਂ ਆਪਣੇ ਅਕੋਰਡਿੰਗ ਕਰ ਸਕਦੇ ਹੁੰਦੇ ਹਾਂ। ਜਿਵੇਂ ਆਪਣੇ ਕੋਲ ਇੱਕ ਡਾਟਾ ਬੇਸ ਹੈਗਾ ਜਿਹਦਾ ਨਾਮ ਹੈ ਇੰਪਲੋਈਜ਼। ਠੀਕ ਹੈ, ਉਹਦੇ ਵਿੱਚ ਆਪਣੇ ਕੋਲ ਫੀਲਡਸ ਨੇ ਜਾਂ ਕਾਲਮਸ ਨੇ। ਪਹਿਲਾ ਹੈਗਾ ਇੰਪਲੋਈ ਨੇਮ, ਦੂਜਾ ਹੈਗਾ ਇੰਪਲੋਈ ਕੋਡ, ਤੀਜਾ ਹੈਗਾ ਡੈਜ਼ਿਗਨੇਸ਼ਨ। ਠੀਕ ਹੈ, ਤਾਂ ਆਪਾਂ ਇਹਨੂੰ ਕਿਵੇਂ ਲਿਖਾਂਗੇ, ਪਹਿਲਾਂ ਆਪਾਂ ਇੰਪਲੋਈਜ਼ ਦੀ ਟੈਗ ਲਗਾਵਾਂਗੇ, ਫਿਰ ਉਸ ਤੋਂ ਬਾਅਦ ਉਹਦੇ ਅੰਦਰ ਆਪਾਂ ਲਗਾਏਂਗੇ ਇੰਪਲੋਏ ਦਾ, ਫਿਰ ਆਪਾਂ ਲਗਾਵਾਂਗੇ ਇੰਪਲੋਏ ਦੇ ਅੰਦਰ ਲਗਾਵਾਂਗੇ ਇੰਪਲੋਈ ਨੇਮ, ਇੰਪਲੋਈ ਕੋਡ ਅਤੇ ਡੈਜ਼ਿਗਨੇਸ਼ਨ। ਫਿਰ ਆਪਾਂ ਪਹਿਲਾਂ ਇੰਪਲੋਈ ਦੀ ਟੈਗ ਹੈ ਜਿਹੜੀ ਉਹਨੂੰ ਕਲੋਜ਼ ਕਰਾਂਗੇ, ਫਿਰ ਆਪਾਂ ਇੰਪਲੋਈਜ਼ ਹੈ ਜਿਹੜਾ ਉਹਦੀ ਟੈਗ ਨੂੰ ਕਲੋਜ਼ ਕਰਾਂਗੇ। XML ਨੂੰ ਡਿਜ਼ਾਈਨ ਕੀਤਾ ਗਿਆ ਕਿ ਆਪਾਂ ਟਰਾਂਸਪੋਰਟ ਕਰ ਸਕੀਏ ਅਤੇ ਡਾਟਾ ਨੂੰ ਸਟੋਰ ਕਰ ਸਕੀਏ, ਪਰ ਇਹ ਡਾਟਾ ਨੂੰ ਡਿਸਪਲੇ ਨਹੀਂ ਕਰਾਉਂਦਾ ਹੈਗਾ, ਓਨਲੀ ਟਰਾਂਸਪੋਰਟ ਅਤੇ ਸਟੋਰ ਕਰਵਾਉਂਦਾ ਡਾਟਾ ਨੂੰ। ਠੀਕ ਹੈ, ਇਹ ਡਾਟਾ ਨੂੰ ਸਟੋਰ ਕਰਾਉਂਦਾ ਹੈਗਾ ਕਿਵੇਂ, ਇੱਕ ਹਾਇਰਾਰਕੀਕਲ ਰੀਪ੍ਰੈਜੈਂਟੇਸ਼ਨ ਕਰਦਾ ਹੈਗਾ ਇਹ ਫੀਲਡਸ। ਜਿਵੇਂ ਪੂਰਾ ਇੱਕ ਆਪਣੇ ਕੋਲ ਡਾਟਾ ਬੇਸ ਆ, ਉਸ 'ਚ ਫੀਲਡਸ ਹੋਣਗੀਆਂ ਅਲੱਗ ਅਲੱਗ, ਉਹ ਸਾਰੀਆਂ ਫੀਲਡਸ ਨੂੰ ਹਾਇਰਾਰਕੀਕਲ ਦੇ ਰੀਪ੍ਰੈਜੈਂਟੇਸ਼ਨ ਕਰੂਗਾ। ਠੀਕ ਹੈ,
ਤੇ ਉਸ ਤੋਂ ਬਾਅਦ ਆਪਣੇ ਕੋਲੇ ਹੈਗਾ ਕਿ ADO.NET ਹੈ ਜਿਹੜਾ ਉਹਦੇ ਵਿੱਚ ਇਹਦਾ ਯੂਜ਼ ਕੀ ਹੈ XML ਦਾ। ਠੀਕ ਹੈ, ADO.NET ਹੈ ਜਿਹੜਾ ਉਹ XML ਨੂੰ ਯੂਜ਼ ਕਰਦਾ ਤਾਂ ਕਿ ਡਾਟਾ ਐਕਸਚੇਂਜ ਕਰ ਸਕੇ ਉਹਦੇ ਵਿੱਚ ਜਿਹੜੀ ਇੰਟਰਨਲ ਰਿਪਰੈਜ਼ੈਂਟੇਸ਼ਨ ਡਾਟਾ ਉਹਦੇ ਬੇਸ 'ਤੇ। ਠੀਕ ਹੈ, ਤਾਂ ਇਹਦੇ ਵਿੱਚ ਕੀ ਹੋਊਗਾ, ਜਿਵੇਂ ਸਭ ਤੋਂ ਪਹਿਲਾਂ ਡਾਟਾ ਆਪਣਾ ਆਊਗਾ ਡਾਟਾਬੇਸ ਤੋਂ। ਡਾਟਾਬੇਸ ਕੋਈ ਵੀ ਹੋ ਸਕਦਾ, SQL ਡਾਟਾ ਹੋ ਸਕਦਾ, OLE ਹੋ ਸਕਦਾ, ਉਹ ਤੋਂ ਡਾਟਾ ਆਊਗਾ ਅਤੇ ਉਹ ਡਾਟਾ ਕਿੱਥੇ ਰੀਪ੍ਰੈਜ਼ੈਂਟ ਹੋਊਗਾ, XML ਦੇ ਵਿੱਚ ਰੀਪ੍ਰੈਜ਼ੈਂਟ ਹੋਊਗਾ। ਫਿਰ ਉਹ ਵਾਲਾ ਡਾਟਾ ਹੈਗਾ ਜਿਹੜਾ ਉਹ ਕਿਤੇ ਵੀ ਸੈਂਡ ਕੀਤਾ ਜਾਊਗਾ ਜਿੱਥੇ ਆਪਾਂ ਨੂੰ ਜ਼ਰੂਰਤ ਹੈਗੀ ਵੀ ਸੈਂਡ ਕਰਨਾ। ਅਤੇ ਜਿਹੜਾ ਇਹ ਡਾਟਾ ਹੈਗਾ ਆਪਾਂ ਕਿਤੇ ਵੀ ਸੈਂਡ ਕਰ ਸਕਦੇ ਹਾਂ, ਐਨੀਵੇਅਰ। ਠੀਕ ਹੈ, ਅਤੇ ਐਨੀ ਟਾਈਪ ਆਫ ਸਿਸਟਮ 'ਤੇ ਆਪਾਂ ਇਹਨੂੰ ਸੈਂਡ ਕਰ ਸਕਦੇ ਹਾਂ। ਅਤੇ ਆਪਾਂ ਗਰੰਟੀ ਕਰ ਸਕਦੇ ਹੈਗੇ ਕਿ ਇਹ ਜਿਹੜਾ ਰਿਸੀਵਰ ਹੈ ਜਿਹੜਾ ਉਹ ਇਹਨੂੰ ਵਧੀਆ ਤਰੀਕੇ ਨਾਲ ਅੰਡਰਸਟੈਂਡ ਕਰ ਸਕੂਗਾ। ਠੀਕ ਹੈ, ਅਤੇ ਉਸ ਤੋਂ ਬਾਅਦ ਆਪਣੇ ਕੋਲ ਇਹਦੇ ਵਿੱਚ ਹੀ ਟੋਪਿਕ ਹੈਗਾ ਕਿ ADO ਤੋਂ ADO.NET ਦੇ ਵਿੱਚ ਕੀ ਚੇਂਜਸ ਆਈਆਂ ਸੀਗੀਆਂ। ਸਭ ਤੋਂ ਪਹਿਲਾਂ ਹੈਗਾ ADO ਹੈ ਜਿਹੜਾ ਉਹ ਰਿਲਾਈ ਕਰਦਾ ਹੈਗਾ COM ਦੇ ਉੱਤੇ। ਠੀਕ ਹੈ, COM ਕੀ ਸੀ, ਕਾਮਨ ਆਬਜੈਕਟ ਮੋਡਿਊਲ ਕੁਛ ਸੀਗਾ। ਅਤੇ ਪਰ ADO.NET ਕੀ ਹੈਗਾ, ਇਹ ਰਿਲਾਈ ਕਰਦਾ ਹੈਗਾ ਮੈਨੇਜਡ ਪ੍ਰੋਵਾਈਡਰ ਡਿਫਾਈਨਡ ਬਾਏ .NET CLR। ਠੀਕ ਹੈ, ਸੈਕਿੰਡ ਹੈਗਾ ਕਿ ADO ਹੈ ਜਿਹੜਾ ਉਹ XML ਨੂੰ ਅਡੋਪਟ ਨਹੀਂ ਕਰਦਾ ਹੈਗਾ, ਪਰ ADO.NET ਹੈ ਜਿਹੜਾ ਉਹ XML ਨੂੰ ਅਡੋਪਟ ਕਰਦਾ ਹੈਗਾ ਡਾਟਾ ਐਕਸਚੇਂਜਸ ਦੇ ਲਈ। ਠੀਕ ਹੈ, ਤਾਂ ਕਰਕੇ ਕੀ ਹੁੰਦਾ ਇਹਦੇ ਵਿੱਚ XML ਡਾਟਾ ਈਜ਼ੀਲੀ ਕਨਵਰਟ ਹੋ ਜਾਂਦਾ ਹੈਗਾ ਟੂ ਐਂਡ ਫਰੋਮ ਐਨੀ ਟਾਈਪ ਆਫ ਦਾ ਡਾਟਾ। ਠੀਕ ਹੈ, ADO.NET ਇੰਟਰੈਕਟ ਕਰਦਾ ਹੈਗਾ ਡਾਟਾਬੇਸ ਦੇ ਨਾਲ। ਅਤੇ ADO ਕੀ ਕਰਦਾ ਹੈ, ਇਹਦੇ ਵਿੱਚ ਕੰਪਲੈਕਸ ਕਨਵਰਜ਼ਨਸ ਹੁੰਦੇ ਨੇਗੇ ਜਿਹੜੇ ਕੀ ਕਰਦੇ ਨੇ, ਪ੍ਰੋਸੈਸਰ ਦੇ ਟਾਈਮ ਨੂੰ ਵੇਸਟ ਕਰਦੇ ਨੇਗੇ। ਠੀਕ ਹੈ, ਇੱਕ ADO ਦੇ ਵਿੱਚ ਕੀ ਹੁੰਦਾ ਹੈਗਾ, ਇਹਦੇ ਵਿੱਚ ਲੌਕਿੰਗ ਹੁੰਦੀ ਹੈ, ਜਿਹੜੇ ਡਾਟਾਬੇਸ ਰਿਸੋਰਸਿਸ ਹੁੰਦੇ ਨੇ ਉਹਨਾਂ ਦੀ ਲੌਕਿੰਗ ਕਰਨੀ ਪੈਂਦੀ ਹੈ। ਅਤੇ ਇੱਕ ਜਿਹੜਾ ਕਨੈਕਸ਼ਨ ਹੈ ਐਪਲੀਕੇਸ਼ਨਸ ਦੇ ਲਈ ਉਹ ਵੀ ਬਹੁਤ ਲੈਂਥੀ ਹੁੰਦਾ ਹੈਗਾ ADO ਦੇ ਵਿੱਚ। ਪਰ ADO.NET ਹੈ ਜਦ ਕਿ ਇਹ ਇੰਟਰੈਕਟ ਕਰਦਾ ਡਾਟਾਬੇਸ ਦੇ ਨਾਲ ਤਾਂ ਇਹ ਕੀ ਕਰਦਾ ਹੈਗਾ, ਡਿਸਕਨੈਕਟਡ ਕਰਦਾ ਡਾਟਾ ਸੈਟਸ ਨੂੰ, ਤਾਂ ਜਿਹਦੇ ਕਰਕੇ ਕੀ ਹੈਗਾ ਲੈਂਥੀ ਕਨੈਕਸ਼ਨਸ ਐਲੀਮੀਨੇਟ ਹੋ ਜਾਂਦੇ ਨੇ ਅਤੇ ਡਾਟਾਬੇਸ ਲੌਕ ਹੈ ਜਿਹੜਾ ਉਹ ਵੀ ਐਲੀਮੀਨੇਟ ਹੋ ਜਾਂਦਾ। ਅਤੇ ADO.NET ਨੂੰ ਆਪਾਂ ਕੀ ਬੋਲ ਸਕਦੇ ਹਾਂ ਕਿ ਇਹ ਇੱਕ ਸਕੇਲੇਬਲ ਹੈ। ਠੀਕ ਹੈ, ਉਸ ਤੋਂ ਬਾਅਦ ਮੈਂ ਉਹ ਕੰਪੈਰੀਜ਼ਨ ਦੱਸੇ ਸੀਗੇ ਤੁਹਾਨੂੰ, ਉਹ ਸਾਰੇ ਤੁਸੀਂ ਰੀਡ ਕਰ ਲਿਓ। ਅਤੇ ਨੈਕਸਟ ਆਪਣੇ ਕੋਲ ਹੈਗਾ ਕਿ ਹਾਂ ਹੁਣ ਇੱਕ ਚੀਜ਼ ਹੋਰ ਹੈ ਕਿ ADO.NET ਨੂੰ ਆਪਾਂ ਇਹ ਵੀ ਬੋਲ ਸਕਦੇ ਕਿ ਕਿਹੋ ਜਿਹੀ ਟੈਕਨੋਲੋਜੀ ਹੈ ਜਿਹੜੀ ਵਰਕ ਕਰਦੀ ਹੈਗੀ ਇੱਕ ਡਾਟਾਬੇਸ ਅਤੇ ਇੱਕ ਫਰੰਟਡ ਐਪਲੀਕੇਸ਼ਨ ਦੇ ਵਿੱਚ। ਹਾਂਜੀ, ਸੈਕਿੰਡ ਪਾਰਟ ਹੈ ਇਹ ADO.NET ਦਾ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਲਾਸਟ ਉਹਦੇ ਵੀਡੀਓ ਦੇ ਵਿੱਚ ਕਿ ADO.NET ਕੀ ਹੈ, ਕਿਹੋ ਜਿਹੀ ਟੈਕਨੋਲੋਜੀ ਹੈ ਜਿਹੜੀ ਵਰਕ ਕਰਦੀ ਹੈਗੀ ਬਿਟਵੀਨ ਡਾਟਾਬੇਸ ਅਤੇ ਫਰੰਟਡ ਐਪਲੀਕੇਸ਼ਨ। ਫਰੰਟਡ ਐਪਲੀਕੇਸ਼ਨ ਜਿਵੇਂ ਇਹਦੇ ਵਿੱਚ ਆਪਾਂ ASP.NET ਯੂਜ਼ ਕਰ ਰਹੇ ਹਾਂ, ਉਹ ਆਪਣੀ ਫਰੰਟਡ ਐਪਲੀਕੇਸ਼ਨ। ਆਪਾਂ ਹੁਣ ਤੱਕ ਜਿਹੜੇ ਵੀ ਪ੍ਰੋਗਰਾਮ ਬਣਾਏ ਨੇ ਜਾਂ ਕੁਛ ਵੀ ਆ ਉਹ ਆਪਾਂ ਸਿਰਫ ਡਿਜ਼ਾਈਨਿੰਗ ਕੀਤੀ ਸੀਗੀ, ਆਪਾਂ ਉਹਦੇ ਵਿੱਚ ਕੋਈ ਵੀ ਕੋਡਿੰਗ ਨਹੀਂ ਕੀਤੀ ਹੈਗੀ। ਹੁਣ ਜਿਹੜਾ ਇਹ ਕੋਡਿੰਗ ਪੋਰਸ਼ਨ ਹੈ, ਜਿਵੇਂ ਆਪਾਂ ਸਾਰੇ ਜਿਹੜੇ ਵੀ ਪਹਿਲਾਂ ਪ੍ਰੋਗਰਾਮ ਬਣਾਏ ਆ ਉਹ ਕੀ ਸੀ, .ASPX ਸੀਗੇ। ਹੁਣ ਆਪਾਂ ਉਹਨੂੰ ਬੋਲਦੇ ਹਾਂ ਆਪਾਂ ਫਰੰਟਡ ਐਪਲੀਕੇਸ਼ਨ। ਠੀਕ ਹੈ, ADO.NET ਕੀ ਹੈਗਾ, ਇਹ ਜਿਹਦੇ ਵਿੱਚ ਆਪਾਂ ਮੇਨ ਕੋਡਿੰਗ ਕਰਾਂਗੇ। ਇਹਦੀ ਕੀ ਹੋਊਗੀ, ਐਕਸਟੈਂਸ਼ਨ ਕੀ ਹੋਊਗੀ ਇਹਦੀ, .ASPX.CS। ਠੀਕ ਹੈ, ਜਿਹੜੀਆਂ ਇਹ .CS ਫਾਈਲਸ ਨੇ ਜਿਹ 'ਚ ਆਪਾਂ ਖੁਦ ਕੋਡਿੰਗ ਕਰਾਂਗੇ ਉਹ ADO.NET ਹੈ। ਹੁਣ ਕੀ ਹੈ, ਇਹ ਜਿਹੜੀ ਕੋਡਿੰਗ ਇਹਦੇ ਵਿੱਚ ਆਊਗੀ ਉਹ ਕੋਡਿੰਗ ਕੀ ਕਰੂਗੀ, ਦੋ ਚੀਜ਼ਾਂ ਨੂੰ ਇੰਟਰੈਕਟ ਕਰੂਗੀ, ਕਿ ਇਹਨੂੰ ਇੱਕ ਡਾਟਾਬੇਸ ਨੂੰ ਅਤੇ ਇੱਕ ਜਿਹੜੀ ਆਪਾਂ ਡਿਜ਼ਾਈਨ ਬਣਾਇਆ ਹੈਗਾ। ਠੀਕ ਹੈ, ਉਹਦੇ ਵਿੱਚ ਜਿਵੇਂ ਹੁਣ ਆਪਾਂ ਅੱਗੇ ਦੇਖੀਏ ਕਿ ਸਟਰਕਚਰ ਕੀ ਹੁੰਦਾ ADO.NET ਦਾ। ਸਟਰਕਚਰ ਕੀ ਹੁੰਦਾ, ਦੇਖੋ ਆਪਣੇ ਕੋਲ ਸਭ ਤੋਂ ਪਹਿਲਾਂ ਫਰੰਟ ਐਂਡ ਐਪਲੀਕੇਸ਼ਨਸ ਦੇ ਵਿੱਚ ਕੀ ਆ ਜਾਊਗਾ, C# ਆ ਗਈ, J# ਆ ਗਈ, VB ਆ ਗਈ, ਇਹ ਸਾਰੀਆਂ ਆਪਣੀਆਂ ਫਰੰਟ ਐਂਡ ਐਪਲੀਕੇਸ਼ਨਸ ਨੇ। ਅਤੇ ਆਪਣੇ ਕੋਲ ਡਾਟਾਬੇਸ ਆ ਗਿਆ, ਡਾਟਾਬੇਸ ਵਿੱਚ ਡਾਟਾ ਸੋਰਸ ਹੋਊਗਾ ਅਤੇ ਆਪਣਾ ਸੈਂਟਰ ਦੇ ਵਿੱਚ ਕੀ ਹੈ ADO.NET, ਜਿਹਦੇ ਵਿੱਚ ਆਪਣੇ ਕੋਲ ਕੀ ਹੈ ਇੱਕ ਡਾਟਾ ਸੈੱਟ ਹੈ ਅਤੇ ਇੱਕ ਡਾਟਾ ਮੈਨੇਜਡ ਡਾਟਾ ਪ੍ਰੋਵਾਈਡਰ ਹੈ। ਠੀਕ ਹੈ, ਅਤੇ ਮੈਨੇਜਡ ਡਾਟਾ ਪ੍ਰੋਵਾਈਡਰ ਦੇ ਵਿੱਚ ਆਪਣੇ ਕੋਲ 4 ਕਲਾਸਿਸ ਆਉਣਗੀਆਂ ਜਾਂ ਆਪਾਂ ਓਬਜੈਕਟਸ ਬੋਲ ਸਕਦੇ ਹਾਂ, ਜਿਨ੍ਹਾਂ ਦੇ ਨਾਮ ਹੈਗੇ ਡਾਟਾ ਅਡੈਪਟਰ, ਕਮਾਂਡਸ, ਕਨੈਕਸ਼ਨ ਅਤੇ ਡਾਟਾ ਰੀਡਰ। ਠੀਕ ਹੈ, ਹੁਣ ਆਪਣੇ ਕੋਲ ਨੈਕਸਟ ਹੈਗਾ ਕਿ ADO.NET ਹੈ ਜਿਹੜਾ ਉਹ ਮੈਨੇਜਡ ਡਾਟਾ ਪ੍ਰੋਵਾਈਡਰ ਹੈ। ਡਾਟਾ ਪ੍ਰੋਵਾਈਡਰ ਕੀ ਹੁੰਦਾ ਹੈਗਾ, ਇਹ ਸੈੱਟ ਆਫ ADO.NET ਕਲਾਸਿਸ ਹੁੰਦੀਆਂ ਨੇਗੀਆਂ ਜਿਹੜੀਆਂ ਅਲਾਓ ਕਰਦੀਆਂ ਨੇ ਸਾਨੂੰ ਕਿ ਆਪਾਂ ਐਕਸੈਸ ਕਰ ਸਕੀਏ ਕਿਸੇ ਸਪੈਸੀਫਿਕ ਡਾਟਾਬੇਸ ਨੂੰ, ਅਤੇ SQL ਕਮਾਂਡਸ ਨੂੰ ਅਸੀਂ ਐਗਜ਼ੀਕਿਊਟ ਕਰ ਸਕੀਏ ਅਤੇ ਡਾਟਾ ਨੂੰ ਅਸੀਂ ਰਿਟਰੀਵ ਕਰ ਸਕੀਏ। ਅਤੇ ਇਹ 4 ਕਲਾਸਿਸ ਕਿਹੜੀਆਂ ਨੇਗੀਆਂ ਮੇਨ, ਪਹਿਲੀ ਹੈਗੀ ਆਪਣੇ ਕੋਲ ਕਨੈਕਸ਼ਨ, ਸੈਕਿੰਡ ਹੈਗੀ ਕਮਾਂਡ, ਥਰਡ ਹੈਗੀ ਆਪਣੇ ਕੋਲ ਡਾਟਾ ਰੀਡਰ,
ਤੇ फोर्थ अपने कोले हैगी है डाटा अडैप्टर। हुण फस्ट वन ते आ जाओ कनैक्शन दे विच। कनैक्शन दे विच आपां की करदे हां, जिवें आपां पहलां वाले जिहड़े भी प्रोग्राम्स करदे सी ਉਹਦੇ ਵਿੱਚ ਆਪਣੇ ਕੋਲੇ ਵੈਬ ਡਾਟ ਕਨਫੀਗਰੇਸ਼ਨ ਆਪਣੇ ਕੋਲੇ ਇੱਕ ਆਂਦਾ ਸੀ, ਅਲੱਗ ਤੋਂ ਫਾਈਲ ਆਂਦੀ ਸੀਗੀ। ਉਹਦੇ ਵਿੱਚ ਕੀ ਹੁੰਦੀ ਸੀ, ਉਹਦੇ ਵਿੱਚ ਆਪਣੀ ਕਨੈਕਟੀਵਿਟੀ ਹੁੰਦੀ ਸੀਗੀ, ਠੀਕ ਹੈ। ਤਾਂ ਇਹ ਨੋਰਮਲ ਉਹੀ ਕਨੈਕਟੀਵਿਟੀ ਹੈ ਕਿ ਅਸੀਂ ਜਿਹੜਾ ਅਸੀਂ ਡਾਟਾਬੇਸ ਕ੍ਰੀਏਟ ਕੀਤਾ ਗਾ, ਜਿਵੇਂ ਮਾਈ ਡਾਟਾਬੇਸ ਆਪਾਂ ਮਾਈ ਡੀਬੀ ਕ੍ਰੀਏਟ ਕੀਤਾ ਸੀਗਾ। ਉਹਦੇ ਵਿੱਚ ਆਪਣੇ ਕੋਲੇ ਟੇਬਲ ਹੈ, ਟੇਬਲ ਦਾ ਨਾਮ ਕੀ ਸੀ, ਟੈਬ ਸਟੂਡੈਂਟ। ਉਹ ਆਪਾਂ ਪਹਿਲੀ ਆਲਰੇਡੀ ਸਿਕੁਅਲ ਦੇ ਵਿੱਚ ਕ੍ਰੀਏਟ ਕਰ ਚੁੱਕੇ ਹਾਂ, ਪਰ ਉਹਨੂੰ ਆਪਾਂ ਇਹਦੇ ਨਾਲ ਕਨੈਕਟ करना चाहते हैं ASP.NET ਦੇ ਨਾਲ। ਤਾਂ ਆਪਾਂ ਨੂੰ ਕਨੈਕਸ਼ਨ ਪ੍ਰੋਵਾਈਡ ਕਰਨਾ ਪਊਗਾ, ਠੀਕ ਹੈ। ਤਾਂ ਆਪਣੇ ਕੋਲ ਇੱਕ ਕਨੈਕਸ਼ਨ ਸਟ੍ਰਿੰਗ ਹੁੰਦੀ ਹੈਗੀ ਜਿਹੜੀ ਆਪਾਂ ਐਜ਼ ਏ ਪੈਰਾਮੀਟਰ ਪਾਸ ਕਰਾਉਂਦੇ ਆਂਗੇ ਕਿਹਦੇ ਵਿੱਚ, ਕਿਸੇ ਆਬਜੈਕਟਸ ਦੇ ਥਰੂ, ਠੀਕ ਹੈ। ਜਿਵੇਂ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਆਪਣੇ ਕੋਲੇ ਪਹਿਲਾਂ ਹੈਗੀ ਹੈ ਸਟ੍ਰਿੰਗ ਕਨੈਕਸ਼ਨ STR, ਠੀਕ ਹੈ, ਇਕੁਅਲਸ ਟੂ ਕੀ ਹੈ ਵੈਬ ਕਨਫੀਗਰੇਸ਼ਨ ਮੈਨੇਜਰ ਤੇ ਡਾਟ ਕਨੈਕਸ਼ਨ ਸਟ੍ਰਿੰਗ, ਠੀਕ ਹੈ। ਇਹਦੇ ਵਿੱਚ ਆਪਾਂ ਪੈਰਾਮੀਟਰ ਦੇ ਵਿੱਚ ਕੀ ਪਾਸ ਕਰਾਏਗਾ, ਸਾਡੀ ਸਟ੍ਰਿੰਗ ਹੈ ਇਹ, ਸਾਰਾ ਡਾਟਾਬੇਸ ਦਾ ਨਾਮ ਹੈ ਮਾਈ ਡੀਬੀ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਹੈਗਾ ਆਪਣੇ ਕੋਲੇ ਸਿਕੁਅਲ ਕਨੈਕਸ਼ਨ ਕੌਨ। ਹੁਣ ਇਹ CON ਜਿਹੜਾ ਕੌਨ ਹੈ ਇਹ ਕੀ ਹੈ, ਇੱਕ ਆਬਜੈਕਟ ਕ੍ਰੀਏਟ ਕੀਤਾ ਗਾ ਆਪਾਂ ਨੇ ਕਨੈਕਸ਼ਨ ਦਾ, ਜਿਹਨੂੰ ਆਪਾਂ ਅੱਗੇ ਯੂਜ਼ ਕਰਾਂਗੇ, ਠੀਕ ਹੈ। ਇਕੁਅਲਸ ਟੂ ਨਿਊ ਸਿਕੁਅਲ ਕਨੈਕਸ਼ਨ, ਤੇ ਇਹਦੇ ਵਿੱਚ ਆਪਾਂ ਜਿਹੜਾ ਪੈਰਾਮੀਟਰ ਇਹਦੇ ਵਿੱਚ ਕੀ ਪਾਸ ਕਰਾਏਗਾ, ਕਨੈਕਸ਼ਨ STR। ਜਿਹੜਾ ਇਹ ਕਨੈਕਸ਼ਨ STR ਹੈ, ਇਹ ਜਿਹੜੀ ਪਹਿਲਾਂ ਇਸ ਤੋਂ ਪਹਿਲਾਂ ਆਪਣੇ ਕੋਲੇ ਸਟ੍ਰਿੰਗ ਕਨੈਕਸ਼ਨ STR ਹੈ, ਇਹ ਉਹਦਾ ਆਬਜੈਕਟ ਆਪਾਂ ਨੇ ਇੱਥੇ ਪਾਸ ਕਰਾਏਗਾ, ਠੀਕ ਹੈ। ਕਨੈਕਸ਼ਨ STR ਕੀ ਹੈਗਾ, ਜਿਹੜੀ ਇਸ ਤੋਂ ਉੱਪਰ ਵਾਲੀ ਹੈਗੀ ਉਹਦਾ ਆਬਜੈਕਟ ਆਪਾਂ ਨੇ ਇਹਦੇ ਵਿੱਚ ਪਾਸ ਕਰਾਇਆ। ਹੁਣ ਦੇਖੋ ਜੇ ਆਪਾਂ ਕਨੈਕਸ਼ਨ ਨੂੰ ਓਪਨ ਕਰਨਾ ਗਾ ਤਾਂ ਇਹਦੇ ਲਈ ਆਪਾਂ ਕੀ ਲਿਖਾਂਗੇ, ਕੌਨ ਕੀ ਸੀਗਾ, ਆਬਜੈਕਟ ਸੀਗਾ ਨਾ ਆਪਣਾ ਇਹਦਾ ਕਨੈਕਸ਼ਨ ਦਾ, ਤਾਂ ਕੌਨ ਡੋਟ ਓਪਨ ਮੈਥਡ ਲਗਾਵਾਂਗੇ। ਜੇ ਆਪਾਂ ਕਨੈਕਸ਼ਨ ਕਲੋਜ਼ ਕਰਨਾ ਤਾਂ ਕੌਨ ਡੋਟ ਕਲੋਜ਼ ਆਪਾਂ ਮੈਥਡ ਯੂਜ਼ ਕਰਾਂਗੇ, ਠੀਕ ਹੈ। ਸੈਕਿੰਡ ਕਲਾਸ ਜਾਂ ਸੈਕਿੰਡ ਆਬਜੈਕਟ ਆਪਣੇ ਕੋਲੇ ਹੈਗਾ ਕਮਾਂਡ। ਠੀਕ ਹੈ, ਜਾਂ ਫਿਰ ਆਪਾਂ ਸਟੋਰ ਪ੍ਰੋਸੀਜਰ ਕਰ ਸਕੀਏ, ਜਿਹੜੇ ਡਾਟਾ ਸੋਰਸ ਦੇ ਅਗੇਂਸਟ ਸਟੋਰ ਪ੍ਰੋਸੀਜਰ ਕਰ ਸਕੀਏ, ਠੀਕ ਹੈ। ਇਹਦੇ ਵਿੱਚ ਆਪਣੇ ਕੋਲੇ ਦੋ ਪ੍ਰੋਪਰਟੀਜ਼ ਆਪਾਂ ਯੂਜ਼ ਕਰਦੇ ਹਾਂ ਬਾਰ-ਬਾਰ, ਕਮਾਂਡ ਟਾਈਪ ਤੇ ਕਮਾਂਡ ਟੈਕਸਟ। ਕਮਾਂਡ ਟਾਈਪ ਦੇ ਵਿੱਚ ਆਪਾਂ ਲਿਖਦੇ ਹਾਂ ਸਟੋਰਡ ਪ੍ਰੋਸੀਜਰ, ਤੇ ਕਮਾਂਡ ਟੈਕਸਟ ਦੇ ਵਿੱਚ ਆਪਾਂ ਲਿਖਦੇ ਹਾਂ ਨੇਮ ਆਫ ਦਾ ਸਟੋਰਡ ਪ੍ਰੋਸੀਜਰ, ਠੀਕ ਹੈ। ਹੁਣ ਇਹਦੀ ਅਕੋਰਡਿੰਗ ਕੀ ਹੈ, ਆਪਾਂ ਕਮਾਂਡਸ ਨੂੰ ਐਗਜ਼ੀਕਿਊਟ ਕਰ ਸਕੀਏ ਤਾਂ ਇਹਦੀ ਆਪਣੇ ਕੋਲੇ ਹੁੰਦੀ ਹੈ ਸਿਕੁਅਲ ਕਮਾਂਡ। ਜਿਵੇਂ ਉੱਪਰ ਆਪਣੇ ਕੋਲੇ ਕਨੈਕਸ਼ਨ ਦੇ ਲਈ ਕੀ ਸੀ, ਸਿਕੁਅਲ ਕਨੈਕਸ਼ਨ ਸੀਗੀ, ਤੇ ਉਹਦਾ ਆਬਜੈਕਟ ਆਪਣੇ ਕੋਲੇ ਕੌਣ ਸੀ, CON। ਉਵੇਂ ਹੀ ਇੱਥੇ ਆਪਣੇ ਕੋਲੇ ਹੈਗੇ ਸਿਕੁਅਲ ਕਮਾਂਡ ਤੇ ਉਹਦਾ ਆਬਜੈਕਟ ਕੀ ਹੈ, CMD। ਦਿਸ ਇਜ਼ ਪਾਰਟ 3 ਆਫ ADO.NET। ਪ੍ਰੀਵੀਅਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕੀਤਾ ਸੀਗਾ ਕਨੈਕਸ਼ਨ। ADO.NET ਮੈਨੇਜਡ ਡਾਟਾ ਪ੍ਰੋਵਾਈਡਰ ਦੀ ਫਸਟ ਟਾਈਪ ਆਪਾਂ ਕੀਤੀ ਸੀਗੀ ਕਨੈਕਸ਼ਨ, ਤੇ ਸੈਕਿੰਡ ਹੁਣ ਆਪਾਂ ਕਰਾਂਗੇ ਕਮਾਂਡ। ਕਮਾਂਡ ਕੀ ਹੁੰਦੀ ਹੈ, ਕਮਾਂਡ ਵੀ ਇੱਕ ਆਬਜੈਕਟ ਤੇ ਇੱਕ ਕਲਾਸ ਹੁੰਦੀ ਹੈ ਜੋ ਕੀ ਕਰਦਾ ਹੈਗਾ, ਐਗਜ਼ੀਕਿਊਟ ਕਰਦਾ ਸਿਕੁਅਲ ਕਮਾਂਡਸ ਨੂੰ, ਤੇ ਕੀ ਕਰਦਾ, ਸਟੋਰਡ ਪ੍ਰੋਸੀਜਰ ਕਰਦਾ ਹੈਗਾ ਅਗੇਂਸਟ ਡਾਟਾ ਸੋਰਸਸ ਦੇ ਵਿੱਚ, ਠੀਕ ਹੈ। ਇਹਦੇ ਵਿੱਚ ਦੋ ਪ੍ਰੋਪਰਟੀਜ਼ ਆਪਾਂ ਮੇਨਲੀ ਯੂਜ਼ ਕਰਦੇ ਹਾਂ, ਕਮਾਂਡ ਟਾਈਪ ਤੇ ਕਮਾਂਡ ਟੈਕਸਟ। ਕਮਾਂਡ ਟਾਈਪ ਦੇ ਵਿੱਚ ਕੀ ਹੁੰਦਾ ਹੈਗਾ, ਇਸ ਦੇ ਵਿੱਚ ਸਟੋਰਡ ਪ੍ਰੋਸੀਜਰ ਹੁੰਦਾ, ਠੀਕ ਹੈ। ਕਮਾਂਡ ਟੈਕਸਟ ਦੇ ਵਿੱਚ ਨੇਮ ਹੁੰਦਾ ਸਟੋਰਡ ਪ੍ਰੋਸੀਜਰ ਦਾ, ਤੇ ਕਮਾਂਡ ਟੈਕਸਟ ਦੇ ਵਿੱਚ ਜਿਹੜੀ ਵੈਲਿਊ ਹੁੰਦੀ ਹੈ ਉਹ ਸਟ੍ਰਿੰਗ ਦੀ ਫੋਰਮ ਦੇ ਵਿੱਚ ਹੁੰਦੀ ਹੈ। ਤੇ ਜਿਵੇਂ ਆਪਾਂ ਕੀਤਾ ਸੀ ਕਨੈਕਸ਼ਨ ਦੇ ਵਿੱਚ ਆਪਾਂ ਬਣਾਇਆ ਸੀ ਸਿਕੁਅਲ ਕਨੈਕਸ਼ਨ ਕੌਣ ਆਪਣੇ ਕੋਲੇ ਸੀ ਕਨੈਕਸ਼ਨ ਦਾ ਆਬਜੈਕਟ ਸੀਗਾ, ਉਵੇਂ ਹੀ ਆਪਾਂ ਇਹਦੇ ਵਿੱਚ ਬਣਾਵਾਂਗੇ ਸਿਕੁਅਲ ਕਮਾਂਡ CMD। CMD ਕੀ ਹੈ, ਇਹਦੇ ਵਿੱਚ ਵੀ ਆਪਣਾ ਆਬਜੈਕਟ ਹੈਗਾ। ਆਪਾਂ ਪਿੱਛੇ ਹਮੇਸ਼ਾ HTML ਜਾਂ ਕਿਸ ਦੇ ਵਿੱਚ ਵੀ, ਜਾਂ C ਦੇ ਵਿੱਚ, C++ ਵਿੱਚ ਤੁਸੀਂ ਜਿੱਥੇ ਵੀ ਪੜ੍ਹਿਆ ਹੈਗਾ ਕਿ ਆਪਾਂ ਆਬਜੈਕਟ ਦੇ ਨਾਲ ਹੀ ਕਾਲ ਕਰਾਉਂਦੇ ਹਾਂ, ਆਪਾਂ ਆਬਜੈਕਟ ਡੋਟ ਜਿਸ ਨੂੰ ਕਾਲ ਕਰਾਉਣੀ ਆ ਉਹਨੂੰ ਉੱਥੇ ਆਪਾਂ ਲਿਖਦੇ ਹਾਂ। ਉਵੇਂ ਹੀ ਇਹਦੇ ਵਿੱਚ ਕੀ ਆਪਾਂ ਕਮਾਂਡ ਡੋਟ ਕਨੈਕਸ਼ਨ ਇਕੁਅਲਸ ਟੂ ਕੌਨ ਕੀਤਾ, ਕੌਨ ਕੀ ਸੀਗਾ, ਕਨੈਕਸ਼ਨ ਦਾ ਆਬਜੈਕਟ ਹੈ। ਤੇ ਬਾਕੀ ਜਿਵੇਂ ਆਪਾਂ ਹੁਣ ਕੁਛ ਫੀਲਡਸ ਨੇ ਜਾਂ ਕਾਲਮਸ ਨੇ, ਉਹਨਾਂ ਨੂੰ ਆਪਾਂ ਟੈਬ ਸਟੂਡੈਂਟਸ 'ਚੋਂ ਸਿਲੈਕਟ ਕਰਕੇ ਲੈ ਕੇ ਆਉਣਾ, ਤਾਂ ਆਪਾਂ ਕੀ ਕਰਾਂਗੇ CMD, ਠੀਕ ਹੈ। ਕਮਾਂਡ ਆਬਜੈਕਟ ਹੈ ਡੋਟ ਕਮਾਂਡ ਟੈਕਸਟ, ਠੀਕ ਹੈ, ਇਕੁਅਲਸ ਟੂ ਕੀ ਆ ਜਾਊਗਾ, ਸਿਲੈਕਟ ਸਟਾਰ ਫਰੋਮ ਟੈਬ ਸਟੂਡੈਂਟ। ਤੇ ਇਸ ਦੇ ਵਿੱਚ ਹਮੇਸ਼ਾ ਐਗਜ਼ੀਕਿਊਟ ਦੇ ਲਈ ਇੱਕ ਹੁੰਦੀ ਹੈਗੀ ਆਪਣੇ ਕੋਲੇ ਮੈਥਡ ਹੁੰਦਾ ਹੈਗਾ, ਉਹ ਹੈਗਾ ਗਾ ਕਮਾਂਡ ਡੋਟ ਐਗਜ਼ੀਕਿਊਟ ਨੋਨ ਕੁਐਰੀਜ਼, ਠੀਕ ਹੈ। ਤੇ ਹੁਣ ਆਪਣੇ ਕੋਲੇ ਹੈਗਾ ਥਰਡ ਆਪਣੇ ਕੋਲੇ ਕਲਾਸ ਹੈ ਜਿਹੜੀ, ਉਹ ਹੈਗੀ ਹੈ ਡਾਟਾ ਰੀਡਰ। ਡਾਟਾ ਰੀਡਰ ਕੀ ਹੈ, ਇਹ ਇੱਕ ਆਬਜੈਕਟ ਹੈਗਾ, ਠੀਕ ਹੈ, ਜਿਹੜਾ ਕੀ ਹੁੰਦਾ ਜਿਹਨੂੰ ਸਿਰਫ ਆਪਾਂ ਫੋਰਵਰਡ ਕਰ ਸਕਦੇ ਹਾਂ
ਓਨਲੀ ਰੀਡ ਕਰ ਸਕਦੇ ਹਾਂ ਜਾਂ ਫਿਰ ਰਿਜ਼ਲਟਸ ਨੇ ਜਿਹੜੇ ਉਹਨਾਂ ਨੂੰ ਡਾਟਾ ਸੋਰਸ ਤੋਂ ਰਿਟਰੀਵ ਕਰਾ ਸਕਦੇ ਹਾਂ। ਅਤੇ ਇੱਕ ਇਹ ਸਟਰੀਮ ਬੇਸਡ ਹੈ, ਠੀਕ ਹੈ। ਇਹਦੇ ਵਿੱਚ ਆਪਾਂ ਕਿਸੇ ਵੀ ਡਾਟਾ ਨੂੰ ਅਪਡੇਟ ਨਹੀਂ ਕਰ ਸਕਦੇ ਹੈਗੇ। ਇੱਕ ਗੱਲ ਹੋਰ, ਡਾਟਾ ਰੀਡਰ ਦੇ ਵਿੱਚ ਕਦੇ ਵੀ ਡਾਇਰੈਕਟਲੀ ਆਪਾਂ ਕੋਡ ਕ੍ਰੀਏਟ ਨਹੀਂ ਕਰ ਸਕਦੇ ਹੈਗੇ। ਹਮੇਸ਼ਾ ਇਸ ਦੇ ਵਿੱਚ ਆਪਾਂ ਕਾਲਿੰਗ ਕਰਦੇ ਆਂਗੇ ਐਗਜ਼ੀਕਿਊਟ ਰੀਡਰ ਨੂੰ, ਠੀਕ ਹੈ। ਕਿਸ ਦੇ ਦੁਆਰਾ? ਕਮਾਂਡ ਆਬਜੈਕਟ ਮੈਥਡ ਦੇ ਦੁਆਰਾ। ਜਿਵੇਂ ਇਸ ਦੀ ਕੋਡਿੰਗ ਕੀ ਹੈ? ਸਿਕੁਅਲ ਡਾਟਾ ਰੀਡਰ, ਹਰੇਕ ਦੀ ਆਪਾਂ ਕੀਤੀ ਹੈ। ਸਿਕੁਅਲ ਕਨੈਕਸ਼ਨ ਦੀ ਸੀਗੀ ਕੌਨ ਆਬਜੈਕਟ, ਸਿਕੁਅਲ ਕਮਾਂਡ ਦਾ ਸੀ CMD ਆਬਜੈਕਟ, ਅਤੇ ਸਿਕੁਅਲ ਡਾਟਾ ਰੀਡਰ ਦਾ ਕੀ ਆਪਾਂ ਆਬਜੈਕਟ ਲਿਆ ਹੈਗਾ RD ਇਕੁਅਲਸ ਟੂ ਕੀ ਕਰਤਾ ਆਪਾਂ CMD ਡੋਟ ਐਗਜ਼ੀਕਿਊਟ ਰੀਡਰ। ਦੇਖੋ ਇੱਥੇ ਆਪਾਂ ਕਮਾਂਡ ਡੋਟ ਐਗਜ਼ੀਕਿਊਟ ਰੀਡਰ ਲਿਆ, ਮਤਲਬ ਜੋ ਮੈਂ ਕਿਹਾ ਸੀ ਕਿ ਡਾਇਰੈਕਟਲੀ ਇਹ ਕ੍ਰੀਏਟ ਨਹੀਂ ਹੁੰਦਾ ਇਹਦੇ ਵਿੱਚ, ਇਹ ਹਮੇਸ਼ਾ ਆਪਾਂ ਕਮਾਂਡ ਦਾ ਜਿਹੜਾ ਆਬਜੈਕਟ ਹੈ ਉਹਦੇ ਦੁਆਰਾ ਹੀ ਆਪਾਂ ਇਹਨੂੰ ਕਾਲਿੰਗ ਕਰਵਾ ਸਕਦੇ ਹਾਂਗੇ, ਠੀਕ ਹੈ। ਡਾਟਾ ਰੀਡਰ ਹੈ ਜਿਹੜਾ ਉਹ ਕੀ ਕਰਦਾ? ਇੱਕ ਟਾਈਮ ਦੇ ਉੱਤੇ ਇੱਕ ਸਿੰਗਲ ਰੋ ਆਫ ਡਾਟਾ ਨੂੰ ਹੀ ਰੀਪ੍ਰੈਜ਼ੈਂਟ ਕਰਦਾ ਹੈਗਾ, ਠੀਕ ਹੈ। ਅਤੇ ਆਪਣੇ ਕੋਲ 4th ਵਨ ਹੈਗਾ ਡਾਟਾ ਅਡੈਪਟਰ। ਇਹ ਕੀ ਕਰਦਾ? ਇਹ ਆਪਣੇ ਕੋਲ 2 ਟਾਸਕ ਪਰਫੋਰਮ ਕਰਦਾ। ਪਹਿਲਾ ਤਾਂ ਇਹ ਹੈ ਕਿ ਇਹਨੂੰ ਆਪਾਂ ਯੂਜ਼ ਕਰਦੇ ਹਾਂ ਕਿ ਜਿਹੜਾ ਡਾਟਾ ਸੈੱਟ ਹੈ ਉਹਨੂੰ ਆਪਾਂ ਫਿਲ ਕਰ ਸਕੀਏ, ਜਿਹੜੀ ਇਨਫੋਰਮੇਸ਼ਨ ਆਪਾਂ ਡਾਟਾ ਸੋਰਸ 'ਚੋਂ ਐਕਸਟਰੈਕਟ ਕਰਕੇ ਲੈ ਕੇ ਆਏ ਹਾਂ ਉਸ ਦੇ ਨਾਲ, ਠੀਕ ਹੈ। ਸੈਕਿੰਡ ਇਹਦਾ ਟਾਸਕ ਹੈਗਾ ਕਿ ਇਹਨੂੰ ਆਪਾਂ ਯੂਜ਼ ਕਰਦੇ ਹਾਂ ਕਿ ਆਪਾਂ ਜਿਹੜਾ ਡਾਟਾ ਸੋਰਸ ਹੈ ਉਹਦੇ ਵਿੱਚ ਚੇਂਜਸ ਨੇ ਜਿਹੜੀਆਂ ਉਹਨਾਂ ਨੂੰ ਅਪਲਾਈ ਕਰ ਸਕੀਏ ਅਤੇ ਆਪਾਂ ਡਾਟਾ ਸੈੱਟ ਨੂੰ ਮੋਡੀਫਾਈ ਕਰ ਸਕੀਏ, ਠੀਕ ਹੈ। ਅਤੇ ਇੱਕ ਹੋਰ ਇਹ ਪਰਫੋਰਮ ਕਰਦਾ ਹੈਗਾ ਸੀਕੁਅਲ ਆਪਰੇਸ਼ਨ ਨੇ ਜਿਹੜੇ ਸਿਲੈਕਟ, ਡਿਲੀਟ, ਇਨਸਰਟ, ਅਪਡੇਟ, ਇਹਨਾਂ ਸਾਰਿਆਂ ਨੂੰ ਵੀ ਇਹ ਪਰਫੋਰਮ ਕਰਦਾ ਹੈਗਾ। ਹੁਣ ਆਪਾਂ ਇਹ 4 ਦੀਆਂ 4 ਕਲਾਸਿਸ ਜਾਂ ਆਬਜੈਕਟ ਤਾਂ ਆਪਾਂ ਕਰ ਲਏ, ਠੀਕ ਹੈ। ਹੁਣ ਆਪਾਂ ਇੱਕ ਇਹ ਹੈ ਕਿ ਜਿਹੜਾ ਮੈਨੇਜਡ ਡਾਟਾ ਪ੍ਰੋਵਾਈਡਰ ਹੈ ਇਹਨੂੰ ਆਪਾਂ 2 ਪਾਰਟਸ 'ਚ ਡਿਵਾਈਡ ਕੀਤਾ ਹੈਗਾ। ਵੈਸੇ ਤਾਂ ਹੋਰ ਵੀ ਹੈਗੇ 2-3 ਪਰ ਆਪਣੇ ਨਾਲ ਰਿਲੇਟਡ 2 ਹੀ ਹੈ। ਫਸਟ ਵਨ ਹੈਗਾ ਸਿਕੁਅਲ ਸਰਵਰ ਪ੍ਰੋਵਾਈਡਰ, ਸੈਕਿੰਡ ਹੈਗਾ OLB ਡਾਟਾਬੇਸ ਪ੍ਰੋਵਾਈਡਰ। ਜਿਹੜਾ ਸਿਕੁਅਲ ਸਰਵਰ ਪ੍ਰੋਵਾਈਡਰ ਹੈ ਇਹ ਕੀ ਕਰਦਾ? ਇਹ ਪ੍ਰੋਵਾਈਡ ਕਰਦਾ ਹੈਗਾ ਜਿਹੜਾ ਸਿਕੁਅਲ ਸਰਵਰ ਡਾਟਾਬੇਸ ਹੈ ਉਹਨੂੰ ਆਪਟੀਮਾਈਜ਼ਡ ਐਕਸੈਸ ਪ੍ਰੋਵਾਈਡ ਕਰਦਾ, ਠੀਕ ਹੈ। ਅਤੇ ਜਿਹੜਾ OLE ਡਾਟਾਬੇਸ ਪ੍ਰੋਵਾਈਡਰ ਹੈ ਇਹ ਇਹਦੇ ਵਿੱਚ OLE ਡਾਟਾਬੇਸ ਡਰਾਈਵਰ ਹੁੰਦੇ ਨੇਗੇ ਜਿਹਦੇ ਵਿੱਚ ਇਹ ਡਾਟਾ ਸੋਰਸ ਨੂੰ ਐਕਸੈਸ ਕਰ ਸਕਦਾ ਹੈਗਾ। OLE ਡਾਟਾਬੇਸ ਮੈਨੇਜਡ ਪ੍ਰੋਵਾਈਡਰ ਕੀ ਹੈਗਾ? ਇਹ ਯੂਜ਼ ਕਰਦਾ ਗਾ ਨੇਟਿਵ OLE DB ਅਤੇ COM ਨੂੰ, ਤਾਂ ਕਿ ਇਹ ਕਨੈਕਸ਼ਨ ਹੈ ਜਿਹੜਾ ਸਟੈਬਲਿਸ਼ ਕਰ ਸਕੇ ਇੱਕ ਡਾਟਾ ਸਟੋਰ ਦੇ ਨਾਲ, ਠੀਕ ਹੈ। ਅਤੇ OLE ਡਾਟਾਬੇਸ ਜਿਹੜਾ ਮੈਨੇਜਡ ਪ੍ਰੋਵਾਈਡਰ ਹੈ ਇਹ ਅਲਾਓ ਕਰਦਾ ਕਮਿਊਨੀਕੇਸ਼ਨ ਕਿ ਜਿਹੜੇ ਸਾਰੇ ਡਾਟਾ ਸਟੋਰਸ ਨੇਗੇ ਉਹਨਾਂ ਦੇ ਨਾਲ ਇਹ ਕਮਿਊਨੀਕੇਸ਼ਨ ਕਰ ਸਕੇ ਐਫੀਸ਼ੀਐਂਟਲੀ, ਠੀਕ ਹੈ। ਬਟ ਇਹ ਜਿਹੜਾ ਮਾਈਕਰੋਸੋਫਟ ਸਿਕੁਅਲ ਸਰਵਰ 8.0 ਹੈ ਜਾਂ ਉਸ ਤੋਂ ਹਾਇਰ ਹੈ ਉਹਦੇ ਨਾਲ ਇਹ ਕਨੈਕਟੀਵਿਟੀ ਨਹੀਂ ਕਰ ਸਕਦਾ ਹੈਗਾ। ਟੂ ਯੂਜ਼ ਦਾ OLE ਡਾਟਾਬੇਸ ਮੈਨੇਜਡ ਪ੍ਰੋਵਾਈਡਰ ਆਪਾਂ ਹਮੇਸ਼ਾ ਇੱਕ ਨੇਮ ਸਪੇਸ ਯੂਜ਼ ਕਰਦੇ ਹਾਂ ਜਿਹਦਾ ਨਾਮ ਹੈ system.data.ole DB, ਠੀਕ ਹੈ। ਅਤੇ ਆਪਣੇ ਕੋਲ ਸੈਕਿੰਡ ਹੈਗਾ ਗਾ ਆਪਣੇ ਕੋਲ ਸਿਕੁਅਲ ਮੈਨੇਜਡ ਪ੍ਰੋਵਾਈਡਰ। ਇਹ ਕੀ ਕਰਦਾ? ਆਫਰ ਕਰਦਾ, ਇਹ ਡਾਇਰੈਕਟ ਲਿੰਕ ਹੁੰਦਾ ਹੈਗਾ ਇਹਦਾ ਮਾਈਕਰੋਸੋਫਟ ਸਿਕੁਅਲ ਸਰਵਰ ਡਾਟਾਬੇਸ ਐਪਲੀਕੇਸ਼ਨ ਦੇ ਨਾਲ। ਅਤੇ ਇਹ ਕੀ ਹੈਗਾ? ਇਹ 8.0 ਵਰਜ਼ਨ ਜਾਂ ਉਸ ਤੋਂ ਜ਼ਿਆਦਾ ਸਾਰਿਆਂ ਦੇ ਨਾਲ ਆਪਾਂ ਇਹਦੇ ਵਿੱਚ ਡਾਇਰੈਕਟ ਲਿੰਕ ਕਰ ਸਕਦੇ ਹਾਂ, ਠੀਕ ਹੈ। ਅਤੇ ਜਿਹੜਾ ਸਿਕੁਅਲ ਮੈਨੇਜਡ ਪ੍ਰੋਵਾਈਡਰ ਹੈ ਇਹ ਇੱਕ ਪ੍ਰੋਟੋਕੋਲ ਯੂਜ਼ ਕਰਦਾ ਜਿਹਨੂੰ ਆਪਾਂ ਬੋਲਦੇ ਹਾਂ ਟੈਬੂਲਰ ਡਾਟਾ ਸਟਰੀਮ, ਤਾਂ ਕਿ ਉਹ ਸਿਕੁਅਲ ਸਰਵਰ ਹੈ ਜਿਹੜਾ ਉਹਦੇ ਨਾਲ ਟਾਕ ਕਰ ਸਕੇ, ਠੀਕ ਹੈ, ਉਹਦੇ ਨਾਲ ਕਮਿਊਨੀਕੇਟ ਕਰ ਸਕੇ। ਜਿਹੜਾ ਇਹ ਪ੍ਰੋਟੋਕੋਲ ਹੈ ਇਹ ਕੰਪਲੀਟਲੀ ਮੈਨੇਜਡ ਹੁੰਦਾ ਹੈਗਾ CLR ਦੇ ਦੁਆਰਾ। CLR ਆਪਾਂ ਪਹਿਲਾਂ ਪੜ੍ਹਿਆ ਸੀਗਾ, ਠੀਕ ਹੈ। ਇਹ ਕੀ ਕਰਦਾ? ਕਨੈਕਟਸ ਅਤੇ ਨੈਗੋਸ਼ੀਏਟ ਕਰਦਾ ਡਾਇਰੈਕਟਲੀ ਸਿਕੁਅਲ ਸਰਵਰ ਨੂੰ ਵਿਦਾਊਟ ਯੂਜ਼ਿੰਗ OLE ਡਾਟਾਬੇਸ, ਠੀਕ ਹੈ। ਬਿਨਾਂ ਯੂਜ਼ ਕੀਤੇ OLE ਡਾਟਾਬੇਸ ਨੂੰ ਡਾਇਰੈਕਟ ਸਿਕੁਅਲ ਸਰਵਰ ਦੇ ਨਾਲ ਇਹ ਕਨੈਕਟ ਜਾਂ ਨੈਗੋਸ਼ੀਏਟ ਕਰਦਾ ਗਾ। ਅਤੇ ਇਹ ਪ੍ਰੋਵਾਈਡ ਕਰਦਾ ਇੱਕ ਬੈਟਰ ਪਰਫੋਰਮੈਂਸ ਮਾਡਲ ਪ੍ਰੋਵਾਈਡ ਕਰਦਾ ਦੈਨ ਦਾ OLE ਡਾਟਾਬੇਸ ਮੈਨੇਜਡ ਪ੍ਰੋਵਾਈਡਰ, ਠੀਕ ਹੈ। ਟੂ ਯੂਜ਼ ਸਿਕੁਅਲ ਮੈਨੇਜਡ ਪ੍ਰੋਵਾਈਡਰ ਆਪਾਂ ਹਮੇਸ਼ਾ ਇੱਕ ਨੇਮ ਸਪੇਸ ਇਸ ਦੇ ਲਈ ਯੂਜ਼ ਕਰਾਂਗੇ, ਉਹ ਹੈਗੀ ਹੈ system.data.SQL client।